x square into cos 1 by x where x is not equal to 0। ठीक है, ਤੇ x is equal to 0 ਤੇ ਫੰਕਸ਼ਨ ਆਪਾਂ ਨੂੰ ਗਿਵਨ ਹੈ 0 ਹੈ। ਤੁਸੀਂ ਸ਼ੋ ਕਰਨਾ ਹੈ this function is a function of bounded variation on closed interval 0। ठीक है, तो डेफिनेशन सब ਨੂੰ ਕਲੀਅਰ ਹੀ ਹੈ ਤੇ ਆਪਾਂ ਸ਼ੋ ਕਰਨਾ ਹੁਣ ਇਹ ਫੰਕਸ਼ਨ ਕੀ ਹੈ, ਬਾਉਂਡਡ ਵੇਰੀਏਸ਼ਨ ਦਾ ਫੰਕਸ਼ਨ ਹੈ। ਤਾਂ ਹੁਣ ਇਹਦੇ ਲਈ ਤੁਸੀਂ ਲਾਸਟ ਇੱਕ ਥਿਓਰਮ ਕੀਤੀ ਸੀ, ਅਗਰ ਤੁਹਾਨੂੰ ਯਾਦ ਹੋਵੇ ਤਾਂ ਥਿਓਰਮ ਆਪਾਂ ਕੀਤੀ ਸੀ ਕਿ ਅਗਰ ਕੋਈ ਫੰਕਸ਼ਨ ਕੰਟੀਨਿਊਅਸ ਹੈ ਕਿ ਉਹਦਾ ਡੈਰੀਵੇਟਿਵ ਐਗਜ਼ਿਸਟ ਕਰਦਾ ਹੈ ਪਲੱਸ ਡੈਰੀਵੇਟਿਵ ਬਾਉਂਡਡ ਵੀ ਹੈ, then we can say that ਕਿ f is a function of bounded variation। ਬਾਉਂਡਡ ਵੇਰੀਏਸ਼ਨ ਦਾ ਤਾਂ ਆਪਾਂ 5th ਆਰਟੀਕਲ ਦੇ ਥਰੂ ਚੈੱਕ ਕਰਾਂਗੇ। ਤਾਂ 5th ਆਰਟੀਕਲ ਦਾ ਰਿਜ਼ਲਟ ਆਪਾਂ ਨੂੰ ਕੀ ਕਿਹਾ ਸੀ, ਫਸਟ ਕਹਿੰਦੇ ਸੀ ਫੰਕਸ਼ਨ ਕੀ ਹੋਣਾ ਚਾਹੀਦਾ, ਕੰਟੀਨਿਊਅਸ ਹੋਣਾ ਚਾਹੀਦਾ। cos ਫੰਕਸ਼ਨ ਆਪਾਂ ਨੂੰ ਪਤਾ ਹੈ ਕੰਟੀਨਿਊਅਸ ਹੁੰਦਾ ਹੈ ਕਿਉਂਕਿ cos ਦਾ ਗ੍ਰਾਫ ਤੁਹਾਨੂੰ ਪਤਾ ਹੈ ਕੀ ਹੁੰਦਾ ਹੈ, ਗ੍ਰਾਫ ਦੇ ਵਿੱਚ ਕਦੇ ਵੀ ਆਪਾਂ ਬ੍ਰੇਕ ਨਹੀਂ ਨਾ ਆਉਂਦਾ, cos ਦਾ ਆ ਜੇ ਸਾਈਨ ਦਾ ਆ ਜੇ। ਤੇ x ਸਕੁਅਰ ਫੰਕਸ਼ਨ ਹੈ ਉਹ ਤਾਂ ਆਟੋਮੈਟਿਕਲੀ ਕੰਟੀਨਿਊਅਸ ਹੈਗਾ ਹੀ ਹੈਗਾ। ਤੇ ਪ੍ਰੋਡਕਟ ਆਫ ਟੂ ਕੰਟੀਨਿਊਅਸ ਫੰਕਸ਼ਨ ਇਜ਼ ਆਲਸੋ ਕੰਟੀਨਿਊਅਸ। ਠੀਕ ਹੈ, ਤਾਂ f ਆਪਣੇ ਕੋਲੇ ਕੀ ਹੋ ਗਿਆ, ਕੰਟੀਨਿਊਅਸ ਫੰਕਸ਼ਨ ਹੋ ਗਿਆ। ਨੈਕਸਟ ਹੁਣ ਆਪਾਂ ਕੀ ਚੈੱਕ ਕਰਨਾ ਕਿ ਇਹਦਾ ਜੋ ਡੈਰੀਵੇਟਿਵ ਹੈ ਉਹ ਐਗਜ਼ਿਸਟ ਕਰਦਾ ਹੈ। ਤਾਂ ਡੈਰੀਵੇਟਿਵ ਆਪਾਂ ਬੇਸਿਕਲੀ ਫਸਟ ਪ੍ਰਿੰਸੀਪਲ ਦੇ ਥਰੂ ਕੈਲਕੂਲੇਟ ਕਰਦੇ ਹੁੰਦੇ ਸੀ 12th ਦੇ ਵਿੱਚ, ਲੈਫਟ ਹੈਂਡ ਰਾਈਟ ਹੈਂਡ ਕੈਲਕੂਲੇਟ। ਤਾਂ ਆਪਾਂ ਇੱਥੇ ਜਸਟ f ਡੈਸ਼ 0 ਕੈਲਕੂਲੇਟ ਕੀਤਾ, ਤਾਂ ਉਹ ਤੁਹਾਨੂੰ ਫਸਟ ਪ੍ਰਿੰਸੀਪਲ ਦੇ ਅਕੋਰਡਿੰਗ ਕੈਲਕੂਲੇਟ ਕਰਨਾ ਆਉਂਦਾ ਹੀ ਹੈ ਕਿ ਇਹਦੇ ਇਕੁਅਲ ਹੁੰਦਾ ਲਿਮਿਟ h ਟੈਂਡਸ ਟੂ 0 f of 0 plus h minus f of 0 upon h। ਠੀਕ ਹੈ, ਇੱਥੇ ਤੁਸੀਂ ਵੈਲਿਊਜ਼ ਫਿਲ ਕਰ ਦਿਓ h ਦੀਆਂ ਤੇ f of 0 ਦੀਆਂ। f of 0 ਦੀ ਵੈਲਿਊ ਤਾਂ ਆਪਾਂ ਨੂੰ 0 ਹੀ ਗਿਵਨ ਹੈ for x equal to 0 ਤੇ f of h ਦੀ ਵੈਲਿਊ ਹੋ ਜਾਏਗੀ h ਸਕੁਅਰ into cos 1 by h। ਤਾਂ ਸੋਲਵ ਕਰਕੇ ਤੁਹਾਡੇ ਕੋਲ ਇੱਕ h ਕੈਨਸਲ ਹੋ ਜਾਏਗੀ, ਆਪਣੇ ਕੋਲ h into cos 1 by h ਰਹਿ ਜਾਏਗਾ ਤੇ h tends to 0 ਤੇ ਇਹਦੀ ਵੈਲਿਊ ਕਿੰਨੀ ਹੁੰਦੀ ਹੈ 0। ਕਿਉਂ, ਕਿਉਂਕਿ ਤੁਹਾਡੇ ਕੋਲੇ ਪ੍ਰੋਡਕਟ ਕਿਹਦੀ ਪਈ ਹੈ h ਤੇ cos 1 by h ਦੀ। ਹੁਣ ਜਿਹੜਾ cos 1 by h ਫੰਕਸ਼ਨ ਹੈ ਇਹ ਪਤਾ ਆਪਾਂ ਨੂੰ ਬਾਉਂਡਡ ਹੁੰਦਾ ਹੈ, ਇਹਦੀ ਵੈਲਿਊਸ -1 to 1 ਦੇ ਬਿਟਵੀਨ ਹੀ ਲਾਈ ਕਰਦੀ ਹੈ। ਤਾਂ ਬਾਉਂਡਡ ਫੰਕਸ਼ਨ ਨੂੰ ਅਗਰ ਤੁਸੀਂ 0 ਨਾਲ ਮਲਟੀਪਲਾਈ ਕਰ ਦਿਓ ਤਾਂ ਵੈਲਿਊ ਆਪਣੇ ਕੋਲ ਆਲਵੇਸ ਕੀ ਆਉਂਦੀ ਹੁੰਦੀ ਹੈ 0 ਆ ਗਈ, ਮਤਲਬ 0 ਤੇ ਫੰਕਸ਼ਨ ਦਾ ਡੈਰੀਵੇਟਿਵ ਐਗਜ਼ਿਸਟ ਕਰਦਾ। ਠੀਕ ਹੈ, ਤਾਂ ਹੁਣ ਤੁਸੀਂ ਬਾਕੀ ਪੁਆਇੰਟਸ ਤੇ ਚੈੱਕ ਕਰੋਗੇ ਕਿਉਂਕਿ ਆਪਣੀ ਡੋਮੇਨ ਕੀ ਹੈ 0 1 ਇੰਟਰਵਲ, 0 ਤੇ ਤਾਂ ਆਪਾਂ ਦੱਸਦਾ ਐਗਜ਼ਿਸਟ ਕਰਦਾ। ਤਾਂ ਹੁਣ 0 ਤੋਂ ਇਲਾਵਾ ਜਿਹੜੇ ਪੁਆਇੰਟਸ ਰਹਿ ਗਏ ਉਸ ਇੰਟਰਵਲ 'ਚ ਹੁਣ ਆਪਾਂ ਉਹ ਤੇ ਡੈਰੀਵੇਟਿਵ ਚੈੱਕ ਕਰਾਂਗੇ। ਤਾਂ ਦੇਖੋ ਫॉर x not equal to 0 ਦੇ ਲਈ ਦੈਨ ਆਪਾਂ ਡੈਰੀਵੇਟਿਵ ਕੈਲਕੂਲੇਟ ਕੀਤਾ। ਇਹ ਡੈਰੀਵੇਟਿਵ ਤਾਂ ਤੁਸੀਂ ਸਿੰਪਲੀ ਪ੍ਰੋਡਕਟ ਰੂਲ ਲਗਾ ਕੇ ਕੈਲਕੂਲੇਟ ਕਰ ਲੋਗੇ, ਆਈ ਥਿੰਕ ਸਭ ਨੂੰ ਆਂਦਾ ਹੀ ਹੋਣਾ ਪ੍ਰੋਡਕਟ ਰੂਲ। ਤਾਂ ਜਦੋਂ ਡੈਰੀਵੇਟਿਵ ਕੀਤਾ ਪ੍ਰੋਡਕਟ ਰੂਲ ਤੁਹਾਡੇ ਕੋਲੇ ਕੀ ਬਣ ਗਿਆ, sin 1 by x plus 2x into cos 1 by x। ਹੁਣ x ਨੂੰ ਕੁਛ ਮਰਜ਼ੀ ਲੈ ਲਓ ਐਕਸੈਪਟ not equal to 0, x ਦੀ ਕੋਈ ਮਰਜ਼ੀ ਵੈਲਿਊ ਲੈ ਲਓ, ਤੁਹਾਡੇ ਕੋਲੇ f dash x ਦੀ ਕੁਛ ਨਾ ਕੁਛ ਵੈਲਿਊ ਆ ਜਾਊਗੀ। ਠੀਕ ਹੈ, 0 ਨਹੀਂ ਲੈਣਾ ਪਰ ਕਿਉਂਕਿ ਆਪਾਂ ਪਹਿਲੇ ਹੀ ਲਿਖਤਾ x not equal to 0 ਹੈ ਆਪਣੇ ਕੋਲੇ। ਤਾਂ 0 ਨੂੰ ਛੱਡ ਕੇ ਕੋਈ ਮਰਜ਼ੀ ਪੁਆਇੰਟ ਪਿਕ ਕਰ ਲਓ ਤਾਂ ਡੈਰੀਵੇਟਿਵ ਕੀ ਹੈ ਹਰ ਇੱਕ ਪੁਆਇੰਟ ਤੇ ਐਗਜ਼ਿਸਟ ਕਰੂਗਾ। ਤੇ 0 ਤੇ ਆਪਾਂ ਅਲੱਗ ਤੋਂ ਸ਼ੋ ਕਰਤਾ ਕਿ ਡੈਰੀਵੇਟਿਵ ਐਗਜ਼ਿਸਟ ਕਰ ਹੀ ਰਿਹਾ f ਡੈਸ਼ 0 ਕਰਕੇ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਪੂਰੇ ਇੰਟਰਵਲ ਦੇ ਉੱਤੇ ਤੁਹਾਡਾ ਡੈਰੀਵੇਟਿਵ ਐਗਜ਼ਿਸਟ ਕਰ ਗਿਆ ਤੇ ਕਰਦਾ ਓਵਰਆਲ 0 1 ਇੰਟਰਵਲ ਤੇ, ਕਿਉਂਕਿ 0 ਲਈ ਆਪਾਂ ਅਲੱਗ ਸ਼ੋ ਕਰਤਾ, ਨਾਟ ਇਕੁਅਲ ਟੂ 0 ਲਈ ਤਾਂ ਹੈਗਾ ਹੀ ਹੈਗਾ। ਹੁਣ ਥਰਡ ਕੰਡੀਸ਼ਨ ਕੀ ਸੀ ਅਕੋਰਡਿੰਗ ਟੂ ਥਿਓਰਮ 5th ਦੇ ਅਕੋਰਡਿੰਗ ਕਿ ਫੰਕਸ਼ਨ ਦਾ ਜੋ ਡੈਰੀਵੇਟਿਵ ਹੈ ਉਹ ਕੀ ਆਣਾ ਚਾਹੀਦਾ, ਬਾਉਂਡਡ ਆਣਾ ਚਾਹੀਦਾ। ਤਾਂ ਫੰਕਸ਼ਨ ਦਾ ਡੈਰੀਵੇਟਿਵ ਤਾਂ ਤੁਸੀਂ ਆਟੋਮੈਟਿਕਲੀ ਉੱਪਰ ਕੈਲਕੂਲੇਟ ਕਰ ਹੀ ਚੁੱਕੇ ਹੋ। ਠੀਕ ਹੈ, ਉਹਦਾ ਮੋਡ ਕਰ ਦਿਓ। ਤੁਹਾਨੂੰ ਪਤਾ a plus b ਦਾ ਮੋਡੂਲਸ ਹੋਏਗਾ ਤੁਹਾਡੇ ਕੋਲੇ ਲੈਸ ਦੈਨ ਇਕੁਅਲ ਟੂ ਮੋਡੂਲਸ ਆਫ a plus ਮੋਡੂਲਸ ਆਫ b। ਤੇ sin ਤੇ cos ਦਾ ਮੋਡ ਤੁਹਾਨੂੰ ਸਭ ਨੂੰ ਪਤਾ ਹੀ ਹੈ ਲੈਸ ਦੈਨ ਇਕੁਅਲ ਟੂ ਕੀ ਹੁੰਦਾ 1। ਤੇ x ਦਾ ਤੁਹਾਡੀ ਕੀ ਚ ਲਾਈ ਕਰਦੀ ਹੈ 0 1 ਇੰਟਰਵਲ 'ਚ, ਤਾਂ x ਤਾਂ ਹਮੇਸ਼ਾ ਆਪਾਂ ਡੋਮੇਨ 'ਚ ਹੀ ਪਿਕ ਕਰਦੇ ਹਾਂ। ਠੀਕ ਹੈ, ਤਾਂ ਮੋਡੂਲਸ ਆਫ x ਵੀ ਕੀ ਹੋ ਜਾਏਗਾ ਆਪਣੇ ਕੋਲੇ ਲੈਸ ਦੈਨ ਇਕੁਅਲ ਟੂ 1। ਤਾਂ ਓਵਰਆਲ ਤੁਹਾਡੇ ਕੋਲੇ ਵੈਲਿਊ ਕੀ ਆ ਗਈ ਲੈਸ ਦੈਨ ਇਕੁਅਲ ਟੂ 3। ਠੀਕ ਹੈ, ਫॉर ऑल x belongs to 0 1 closed interval। ਤਾਂ ਇਸ ਇੰਟਰਵਲ 'ਚ ਫੰਕਸ਼ਨ ਦਾ ਡੈਰੀਵੇਟਿਵ ਵੀ ਕੀ ਹੋ ਗਿਆ, ਬਾਉਂਡਡ ਹੋ ਗਿਆ। ਤਾਂ ਹੁਣ ਤੁਹਾਡੇ ਕੋਲੇ ਤਿੰਨ ਕੰਡੀਸ਼ਨਸ ਆ ਗਈਆਂ, ਫੰਕਸ਼ਨ ਕੰਟੀਨਿਊਅਸ ਆ ਗਿਆ, ਡੈਰੀਵੇਟਿਵ ਐਗਜ਼ਿਸਟ ਕਰਦਾ ਤੇ ਬਾਉਂਡਡ ਵੀ ਹੈਗਾ। ਠੀਕ ਹੈ, ਤਾਂ ਅਕੋਰਡਿੰਗ ਟੂ 5th ਥਿਓਰਮ ਆਪਾਂ ਕੀ ਕਹਿ ਦਾਂਗੇ, ਵੇਰੀਏਸ਼ਨ। ਤਾਂ ਹੁਣ ਇਹ ਆਪਣਾ ਬਾਉਂਡਡ ਵੇਰੀਏਸ਼ਨ ਫਿਨਿਸ਼ ਹੋ ਗਿਆ, ਅੱਗੇ ਆਪਣੇ ਕੋਲੇ ਆਉਂਦੀ ਹੈ ਟੋਟਲ ਵੇਰੀਏਸ਼ਨ। ਡੈਫੀਨੇਸ਼ਨ ਹੈ ਟੋਟਲ ਵੇਰੀਏਸ਼ਨ ਦੀ, f is a function of bounded variation on closed interval ab। ਫੰਕਸ਼ਨ ਕਹਿੰਦੇ ਕੀ ਹੈ, ਬਾਉਂਡਡ ਵੇਰੀਏਸ਼ਨ ਦਾ, ਮਤਲਬ ab ਇੰਟਰਵਲ ਦੀ ਕੋਈ ਵੀ ਪਾਰਟੀਸ਼ਨ ਤੇ ਅਗਰ ਤੁਸੀਂ ਵੇਰੀਏਸ਼ਨ ਕੈਲਕੂਲੇਟ ਕਰੋਗੇ ਉਹ ਤੁਹਾਡੀ ਬਾਉਂਡਡ ਹੀ ਆਊਗੀ।
ठीक है कि ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਆਏਗੀ ਆਪਣੇ ਕੋਲ। ਹੁਣ ਟੋਟਲ ਵੇਰੀਏਸ਼ਨ ਨੂੰ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਪਹਿਲਾਂ v of f ਦੇ ਨਾਲ। ए बी ਪਾਇਆ ਵੈਸੇ ਕਲੋਜ਼ਡ ਵੀ ਆ ਸਕਦੀ ਹੈ ਨੋਟੇਸ਼ਨ, ਬੇਸਿਕਲੀ ਨੋਟੇਸ਼ਨ ਕਲੋਜ਼ਡ ਦੀ ਹੀ ਹੋਊਗੀ, ਉਹ ਲਿਖਣ ਦੇ ਵੇ ਹੈ ਕਿ ਦਾ ਟੋਟਲ ਵੇਰੀਏਸ਼ਨ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਆ, v of f ਦੇ ਨਾਲ। ਤੁਸੀਂ ਕੱਲਾ vf ਵੀ ਲਿਖ ਸਕਦੇ ਹੋ, ਜ਼ਰੂਰੀ ਨਹੀਂ ਆਪਾਂ ਬ੍ਰੈਕਟ 'ਚ ਇਹ ਵੀ ਪਾਣਾ ਹੀ ਪਾਣਾ, ਕਿਉਂਕਿ ਉਹ ਅੰਡਰਸਟੂਡ ਹੀ ਹੁੰਦਾ, ਆਪਾਂ ਨੂੰ ਕਲੋਜ਼ਡ ਇੰਟਰਵਲ ਦਿੱਤਾ ਹੀ ਹੁੰਦਾ ਹੈ। ਉਹ ਕਹਿੰਦੇ ਕਿਹਦੇ ਇਕੁਅਲ ਹੋਗਾ, ਸੁਪਰੀਮਮ ਆਫ ਆਲ ਦੀ ਵੇਰੀਏਸ਼ਨਸ। ਹੁਣ ਸੁਪਰੀਮਮ ਕਿਹਦਾ ਲੈਤਾ ਆਪਾਂ, ਸਮੀਸ਼ਨ ਆਫ f of xi minus f of xi minus 1 ਦਾ ਮੋਡ। ਹੁਣ ਅਗਰ ਮੈਂ ਸੁਪਰੀਮਮ ਨੂੰ ਆਪਾਂ ਇਕੱਲੇ ਸਮੇਸ਼ਨ ਦੀ ਗੱਲ ਕਰੀਏ ਤਾਂ ਇੱਕ ਤਰੀਕੇ ਦੀ ਸਿੰਪਲ ਤੁਹਾਡੀ ਵੇਰੀਏਸ਼ਨ ਬਣ ਗਈ, ਜਿਹੜੀ ਤੁਸੀਂ ਪਿੱਛੇ ਬਾਉਂਡਡ ਵੇਰੀਏਸ਼ਨ ਕੀਤੀ ਸੀ। ਠੀਕ ਹੈ, ਤਾਂ ਟੋਟਲ ਵੇਰੀਏਸ਼ਨ ਕਹਿੰਦੇ ਕੀ ਹੈ, ਕਹਿੰਦੇ ਜੋ ਵੀ ਤੁਹਾਡੇ ਕੋਲੇ ਵੇਰੀਏਸ਼ਨਸ ਬਣਦੀ ਹੈ ਉਹਨਾਂ ਸਾਰੀਆਂ ਵੇਰੀਏਸ਼ਨਸ ਦਾ ਅਗਰ ਤੁਸੀਂ ਸੁਪਰੀਮਮ ਲੈ ਲਓਗੇ, that is equal to total variation। ਤੇ ਸੁਪਰੀਮਮ ਨੂੰ ਆਪਾਂ ਲੀਸਟ ਅਪਰ ਬਾਉਂਡ ਵੀ ਲਿਖ ਸਕਦੇ ਹਾਂ। ਠੀਕ ਹੈ, ਕਿਉਂਕਿ ਹਰ ਇੱਕ ਪਾਰਟੀਸ਼ਨ ਦੇ ਕੋਰਸਪੋਂਡਿੰਗ ਤੁਹਾਡੇ ਕੋਲੇ ਜਿਹੜੀਆਂ ਵੇਰੀਏਸ਼ਨਸ ਆ ਡਿਫਰੈਂਟ ਆਉਣਗੀਆਂ। ਮੰਨ ਲਓ ਤੁਹਾਡੇ ਕੋਲੇ ਕੁਝ ਵੀ ਏ ਬੀ ਇੰਟਰਵਲ ਹੈ, ਹੁਣ ਤੁਹਾਨੂੰ ਪਤਾ ਹੈ ਕਿ ਏ ਬੀ ਇੰਟਰਵਲ ਦੀ ਤੁਸੀਂ ਪਾਰਟੀਸ਼ਨ ਕਿਵੇਂ ਮਰਜ਼ੀ ਬਣਾ ਸਕਦੇ ਹੋ। ਮੈਂ ਚਾਹੇ ਇਹਨੂੰ 1 ਪਾਰਟ 'ਚ ਡਿਵਾਈਡ ਕਰ ਲਾਂ, ਚਾਹੇ 2 'ਚ ਕਰ ਲਓ, 3 'ਚ ਕਰ ਲਓ, 4 'ਚ ਕਰ ਲਓ। ਹਰ ਇੱਕ ਪਾਰਟੀਸ਼ਨ ਦੇ ਅਕੋਰਡਿੰਗ ਜਿਹੜੀਆਂ ਵੀ ਤੁਸੀਂ ਵੇਰੀਏਸ਼ਨਸ ਕੈਲਕੂਲੇਟ ਕਰੋਗੇ ਉਹ ਤੁਹਾਡੀਆਂ ਸਾਰੀਆਂ ਡਿਫਰੈਂਟ ਆਉਣਗੀਆਂ। ਠੀਕ ਹੈ, ਤੇ ਉੱਪਰ ਆਪਾਂ ਕਹਿਤਾ ਕਿ ਫੰਕਸ਼ਨ ਬਾਉਂਡਡ ਵੇਰੀਏਸ਼ਨ ਦਾ ਮਤਲਬ ਕੁਝ ਨਾ ਕੁਝ ਫਾਈਨਾਈਟ ਕੁਆਂਟੀਟੀ ਆਊਗੀ। ਠੀਕ ਹੈ, ਜੋ ਵੀ ਤੁਹਾਡੇ ਕੋਲੇ ਬਾਉਂਡਡ ਵੇਰੀਏਸ਼ਨ ਆ ਗਿਆ, ਮੰਨ ਲਓ ਕਿਸੇ 'ਚ ਵੈਲਿਊ 0 ਆ ਗਈ, ਕਿਤੇ 2 ਆ ਗਈ, ਕਿਤੇ 4 ਆ ਗਈ, ਫਿਰ ਇਹਨਾਂ ਸਾਰੀਆਂ ਵੇਰੀਏਸ਼ਨ ਦੇ ਵਿੱਚੋਂ ਆਪਾਂ ਮੈਕਸਿਮਮ ਵੇਰੀਏਸ਼ਨ ਦੇਖ ਲਾਂਗੇ, ਸੁਪਰੀਮਮ ਵੈਲਿਊ ਕੀ ਹੈ, ਤੇ ਉਹ ਜਿਹੜੀ ਸੁਪਰੀਮਮ ਵੈਲਿਊ ਹੋਊਗੀ that is equal to total variation। ਵੇਰੀਏਸ਼ਨ ਕੀ ਹੈ, ਤੁਸੀਂ ਸੁਪਰੀਮਮ ਲੈਣੀ ਹੈ ਆਲ ਦੀ ਵੇਰੀਏਸ਼ਨਸ ਦੀ। ਹੁਣ ਤੁਹਾਨੂੰ ਬਾਉਂਡਡ ਵੇਰੀਏਸ਼ਨ ਦਾ ਕੱਢਣਾ ਆ ਹੀ ਗਿਆ ਨਾ। ਠੀਕ ਹੈ, ਤਾਂ ਬਾਉਂਡਡ ਵੇਰੀਏਸ਼ਨ ਕੱਢ ਲਓ। ਤੁਹਾਡੇ ਕੋਲੇ ਕੋਈ ਵੀ ਪਾਰਟੀਸ਼ਨ ਹੈ, ਮੰਨ ਲਓ ਇੰਟਰਵਲ ਹੈ ਏ ਬੀ, ਉਹਦੀ ਪਹਿਲਾਂ ਮੈंने ਇੱਕ ਪਾਰਟੀਸ਼ਨ ਬਣਾਤੀ, ਉਹਨੂੰ ਮੰਨ ਲਓ ਇੱਕ ਪਾਰਟ 'ਚ ਡਿਵਾਈਡ ਕੀਤਾ। ਠੀਕ ਹੈ, ਤਾਂ ਤੁਸੀਂ ਉਸ ਪੁਆਇੰਟ ਦੇ ਅਕੋਰਡਿੰਗ ਵੇਰੀਏਸ਼ਨ ਕੱਢ ਲੋਗੇ, ਤੁਹਾਡੇ ਕੋਲੇ ਕੁਝ ਨਾ ਕੁਝ ਵੈਲਿਊ ਆ ਜਾਊਗੀ। ਹੁਣ ਹੋ ਸਕਦਾ ਮੈਂ ਇਸ ਇੰਟਰਵਲ ਦੀ ਕੋਈ ਹੋਰ ਪਾਰਟੀਸ਼ਨ ਬਣਾ ਦਾਂ, ਕਿਉਂਕਿ ਜ਼ਰੂਰੀ ਤਾਂ ਨਹੀਂ ਨਾ ਕਿ ਇੱਕ ਇੰਟਰਵਲ ਦੀਆਂ ਇੱਕ ਹੀ ਪਾਰਟੀਸ਼ਨ ਬਣੂਗੀ। ਤਾਂ ਇੱਕ ਇੰਟਰਵਲ ਦੀਆਂ ਜਿੰਨੀਆਂ ਵੀ ਪੋਸੀਬਲ ਪਾਰਟੀਸ਼ਨਸ ਹੋਣਗੀਆਂ, ਆਪਾਂ ਸਾਰਿਆਂ ਦੇ ਅਕੋਰਡਿੰਗ ਵੇਰੀਏਸ਼ਨਸ ਕੈਲਕੂਲੇਟ ਕਰਾਂਗੇ, ਤੇ ਉਹਨਾਂ ਵੇਰੀਏਸ਼ਨਸ ਦੇ ਵਿੱਚ ਤੁਸੀਂ ਸੁਪਰੀਮਮ ਵੈਲਿਊ ਚੂਜ਼ ਕਰੋਗੇ, ਤੇ ਉਹ ਸੁਪਰੀਮਮ ਵੈਲਿਊ ਕਿਹਦੇ ਇਕੁਅਲ ਹੋਊਗੀ, ਟੋਟਲ ਵੇਰੀਏਸ਼ਨ ਦੇ। ਦੇਖੋ ਆਪਣੇ ਕੋਲੇ ਰਿਮਾਰਕ ਹੈ। ਠੀਕ ਹੈ, ਰਿਮਾਰਕ ਤੋਂ ਪਹਿਲਾਂ ਉੱਪਰ ਇਹਨਾਂ ਨੇ ਲਾਈਨ ਲਿਖੀ ਹੋਈ ਹੈ, ਕਹਿੰਦੇ देयर इज नो कंफ्यूजन रिगार्डिंग द इंटरवल क्लोज्ड इंटरवल ए बी, we will write vf instead of vf of ab। ਤਾਂ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀ ਕਿ ਤੁਸੀਂ ਸਿੰਪਲੀ ਵੀ vf ਲਿਖ ਸਕਦੇ ਹੋ, ਜ਼ਰੂਰੀ ਨਹੀਂ ਆਪਾਂ ਬ੍ਰੈਕਟ 'ਚ ab ਲਿਖਣਾ ਹੀ ਲਿਖਣਾ, ਕਿਉਂਕਿ ਫਿਕਸਡ ਹੀ ਹੁੰਦਾ ਕਿ ਆਪਾਂ ਕਲੋਜ਼ਡ ਇੰਟਰਵਲ ਤੇ ਹੀ ਪਾਰਟੀਸ਼ਨ ਕੈਲਕੂਲੇਟ ਕਰਦੇ ਹਾਂ। ਨੈਕਸਟ ਸਾਡੇ ਕੋਲੇ ਰਿਮਾਰਕ ਹੈ। ਫਰਸਟ ਕਹਿੰਦੇ ਕਿ ਜਿਹੜਾ vf ਹੈ that is always greater than equal to 0 as summation of mod of this term is greater than equal to 0 for all the partition p। ਤਾਂ ਦੇਖੋ ਕਹਿੰਦੇ ਜਿਹੜਾ ਟੋਟਲ ਵੇਰੀਏਸ਼ਨ ਹੈ ਉਹ ਹਮੇਸ਼ਾ ਗ੍ਰੇਟਰ ਦੈਨ ਇਕੁਅਲ ਟੂ 0 ਹੋਊਗਾ, ਬਿਕਾਜ਼ ਟੋਟਲ ਵੇਰੀਏਸ਼ਨ ਕਿਹਦੇ ਇਕੁਅਲ ਹੈ, ਸੁਪਰੀਮਮ ਆਫ ਦਿਸ ਸਮੀਸ਼ਨ। ਤੇ ਸਮੀਸ਼ਨ ਦੀ ਜੋ ਵੀ ਤੁਹਾਡੇ ਕੋਲੇ ਵੈਲਿਊ ਆਊਗੀ ਉਹ ਵੈਲਿਊ ਹਮੇਸ਼ਾ ਪੋਜ਼ਿਟਿਵ ਆਊਗੀ, ਕਿਉਂਕਿ ਮੋਡ ਹੈ, ਕੋਈ ਟਰਮ ਨੈਗੇਟਿਵ ਤਾਂ ਆਣੀ ਨਹੀਂ। ਤਾਂ ਪੋਜ਼ਿਟਿਵ ਟਰਮਸ ਦਾ ਤੁਸੀਂ ਸਮ ਕਰ ਰਹੇ ਹੋ ਤਾਂ ਵੈਲਿਊ ਆਲਵੇਜ਼ ਕੀ ਆਊਗੀ, ਗ੍ਰੇਟਰ ਦੈਨ ਇਕੁਅਲ ਟੂ 0। ਠੀਕ ਹੈ, ਤਾਂ ਸੈਕਿੰਡ ਉਹਨਾਂ ਨੇ ਕੀ ਦਿੱਤਾ ਹੋਇਆ, ਇਫ f is a constant function। ਤਾਂ ਕਹਿੰਦੇ ਅਗਰ ਫੰਕਸ਼ਨ ਕਨਸਟੈਂਟ ਹੈ ਤਾਂ ਉਹ ਤਾਂ ਕਨਸਟੈਂਟਲੀ ਗ੍ਰਾਫ ਦੇ ਵਿੱਚ ਇੱਕ ਸਿੰਗਲ ਲਾਈਨ ਚੱਲਦੀ ਜਾਊਗੀ, ਤਾਂ ਉਹਦੇ ਵਿੱਚ ਤਾਂ ਕੋਈ ਵੇਰੀਏਸ਼ਨ ਹੀ ਨਹੀਂ ਆਣੀ, ਕਿਉਂਕਿ ਹਰ ਇੱਕ ਪੁਆਇੰਟ ਤੇ ਹੀ ਤੁਹਾਡੀ ਵੈਲਿਊ ਕੀ ਆਊਗੀ, ਸੇਮ ਆਊਗੀ। ਤਾਂ ਉਸ ਕੇਸ 'ਚ ਕਹਿੰਦੇ ਟੋਟਲ ਵੇਰੀਏਸ਼ਨ ਕਿਹਦੇ ਇਕੁਅਲ ਆਊਗੀ, 0 ਦੇ। ਉਹ ਕਿਵੇਂ, ਹੁਣ ਫੰਕਸ਼ਨ ਤਾਂ ਕਨਸਟੈਂਟ ਹੈ, ਕਨਸਟੈਂਟ ਫੰਕਸ਼ਨ ਕੀ ਹੋਊਗਾ, ਹਾਂਜੀ f of x is equal to c, ਮਤਲਬ x ਨੂੰ ਤੁਸੀਂ ਕੁਝ ਮਰਜ਼ੀ ਪੁੱਟ ਕਰ ਦਿਓ, ਆਲਵੇਜ਼ ਤੁਹਾਡੇ ਕੋਲੇ ਵੈਲਿਊ ਕੀ ਆ ਰਹੀ ਹੈ, ਪਾਰਟਿਕੂਲਰ c ਕਨਸਟੈਂਟ ਹੀ ਆ ਰਹੀ ਹੈ। ਠੀਕ ਹੈ, ਇਹ ਹੁੰਦਾ ਕਨਸਟੈਂਟ ਫੰਕਸ਼ਨ। ਤਾਂ ਹੁਣ ਜਿਵੇਂ ਤੁਹਾਡੇ ਕੋਲੇ ਟੋਟਲ ਵੇਰੀਏਸ਼ਨ ਦੀ ਡੈਫੀਨੇਸ਼ਨ ਦੇ ਵਿੱਚ ਰਾਈਟ ਸਾਈਡ ਦਾ ਸਮੀਸ਼ਨ ਹੈ, ਤਾਂ ਉਹ ਸਮੀਸ਼ਨ ਦੀ ਵੈਲਿਊ ਕੀ ਹੋ ਜਾਊਗੀ, f of xi ਲਿਖਿਆ, f of xi ਤੇ ਵੈਲਿਊ ਕਿੰਨੀ ਆਊਗੀ ਫੰਕਸ਼ਨ ਦੀ, ਸੀ ਮੈਮ, c ਆਊਗੀ, ਤੇ f of xi minus 1 ਤੇ ਸੀ ਆਊਗੀ, ਤਾਂ ਸਬਟ੍ਰੈਕਟ ਕਰਕੇ ਕੀ ਬਣ ਗਿਆ, 0 ਹੀ ਬਣ ਗਿਆ। 0। ਤਾਂ ਕੁਝ ਮਰਜ਼ੀ ਪਾਰਟੀਸ਼ਨ ਲੈ ਲਓ, ਹਰ ਇੱਕ ਕੇਸ 'ਚ ਤੁਹਾਡੇ ਕੋਲੇ ਵੈਲਿਊ ਸਮੀਸ਼ਨ ਦੀ 0 ਹੀ ਬਣੂਗੀ, ਤਾਂ ਉਹਦਾ ਸੁਪਰੀਮਮ ਵੀ 0 ਹੀ ਹੋ ਜਾਊਗਾ। ਠੀਕ ਹੈ, ਤਾਂ ਅਗਰ ਸਿੰਪਲ ਕਹਿੰਦੇ ਅਗਰ ਫੰਕਸ਼ਨ ਕਾਂਸਟੈਂਟ ਹੈ ਉਸ ਕੇਸ 'ਚ ਟੋਟਲ ਵੇਰੀਏਸ਼ਨ ਤੁਹਾਡੀ ਕੀ ਹੋਊਗੀ, ਕਰ ਰਿਹਾ। ਥਰਡ ਹੈਗਾ ਇੱਕ ਅਗਰ ਫੰਕਸ਼ਨ ਕਹਿੰਦੇ ਅਗਰ ਇਨਕਰੀਜ਼ਿੰਗ ਹੈ, ਅਗਰ ਫੰਕਸ਼ਨ ਇਨਕਰੀਜ਼ਿੰਗ ਹੈ ਤਾਂ ਉਸ ਕੇਸ 'ਚ ਕਹਿੰਦੇ ਜਿਹੜੀ ਵੇਰੀਏਸ਼ਨ ਆ ਕਿਹਦੇ ਇਕੁਅਲ ਹੋ ਜਾਊਗੀ, f of b minus f of a ਦੇ।
क्यों? क्योंकि अगर फंक्शन इंक्रीजिंग है ਤਾਂ ਹੁਣ ਅੰਦਰ ਤੁਹਾਡੇ ਕੋਲੇ ਸੁਪਰੀਮਮ ਦੇ ਅੰਦਰ ਕੀ ਹੈ ਸਮੀਸ਼ਨ ਪਿਆ ਤੇ ਸਮੀਸ਼ਨ ਦੀ ਵੈਲਿਊ ਹੈ ਕੱਢਣੀ ਹੈ ਅੰਦਰ ਮੋਡ ਪਿਆ ਅਗਰ ਫੰਕਸ਼ਨ ਇਨਕਰੀਜ਼ਿੰਗ ਹੈ ਤਾਂ ਤੁਸੀਂ ਮੋਡ ਨੂੰ ਖਤਮ ਕਰ ਸਕਦੇ ਹੋ ਜਾਂ ਨਹੀਂ ਮੋਡ ਦੀ ਵੈਲਿਊ ਪੋਜ਼ਿਟਿਵ ਹੋਊਗੀ f of xi ਦੀ ਵੈਲਿਊ ਗ੍ਰੇਟਰ ਹੋਊਗੀ xi - 1 ਤੋਂ ਬਿਕਾਜ਼ ਫੰਕਸ਼ਨ ਇਨਕਰੀਜ਼ਿੰਗ ਹੈ ਤਾਂ ਮੋਡ ਨੂੰ ਤੁਸੀਂ ਹਟਾ ਸਕਦੇ ਹੋ ਰਾਈਟ ਸਾਈਡ ਤੇ ਜਨਰਲੀ ਤੇ ਅਗਰ ਮੋਡ ਖਤਮ ਹੋ ਗਿਆ ਲਾਸਟ ਤੇ ਤੁਹਾਡੇ ਕੋਲੇ ਕੀ ਰਹਿ ਗਿਆ ਸਮੀਸ਼ਨ ਆਫ f of xi - f of xi - 1 ਤੇ ਇਹਨੂੰ ਅਗਰ ਤੁਸੀਂ ਸੋਲਵ ਕਰਦੇ ਹੋ ਤਾਂ ਤੁਹਾਡੇ ਕੋਲੇ ਜਨਰਲੀ ਕੀ ਬਚਦਾ ਹੁੰਦਾ f of b - f of a ਹੀ ਆਉਂਦਾ ਕੱਲੀ ਫਰਸਟ ਤੇ ਲਾਸਟ ਟਰਮ ਹੀ ਰਹਿ ਜਾਂਦੀ ਹੈ ਬਾਕੀ ਸਾਰੀਆਂ ਟਰਮਸ ਕੈਨਸਲ ਹੋ ਜਾਂਦੀਆਂ ਠੀਕ ਹੈ ਤੇ f of b - f of a ਜੋ ਵੀ ਕੁਆਂਟੀਟੀ ਬਚ ਗਈ ਹੈ ਕਾਂਸਟੈਂਟ ਹੀ ਹੋਊਗੀ ਤੇ ਕਾਂਸਟੈਂਟ ਦਾ ਸੁਪਰੀਮਮ ਲਓਗੇ ਸੇਮ ਵੈਲਿਊ ਆ ਜਾਊਗੀ ਮੀਨਸ ਕੋਈ ਮਰਜ਼ੀ ਪਾਰਟੀਸ਼ਨ ਲੈ ਲਓ ਹਰ ਇੱਕ ਕੇਸ 'ਚ ਤੁਹਾਡੇ ਕੋਲੇ ਵੈਲਿਊ f of b - f of a ਹੀ ਬਣੇਗੀ ਆਪਣੇ ਕੋਲੇ ਨੈਕਸਟ ਆਪਣੇ ਕੋਲੇ ਇੱਕ ਨੋਟ ਹੈ ਅਗਰ ਕਹਿੰਦੇ ਤੁਹਾਡੀ ਟੋਟਲ ਵੇਰੀਏਸ਼ਨ ਫਾਈਨਾਈਟ ਹੋ ਜੇ ਫਾਈਨਾਈਟ ਦਾ ਮਤਲਬ ਲੈਸ ਦੈਨ ਇਨਫਿਨਿਟੀ ਹੋ ਜੇ ਵੈਲਿਊ if and only if f is a function of bounded variation obvious ਹੈ ਅਗਰ ਤੁਹਾਡੀ ਵੇਰੀਏਸ਼ਨ ਫਾਈਨਾਈਟ ਹੋਊਗੀ ਬਾਉਂਡਡ ਹੋਊਗੀ ਤਾਂ ਹੀ ਆਪਾਂ ਕਹਾਂਗੇ ਕਿ ਟੋਟਲ ਵੇਰੀਏਸ਼ਨ ਤੁਹਾਡੀ ਫਾਈਨਾਈਟ ਹੈ ਕਿਉਂਕਿ ਟੋਟਲ ਵੇਰੀਏਸ਼ਨ ਕਿਹਦੇ ਇਕੁਅਲ ਹੈ ਸੁਪਰੀਮਮ ਆਫ ਬਾਉਂਡਡ ਵੇਰੀਏਸ਼ਨ ਅੰਦਰ ਜੋ ਸਮੀਸ਼ਨ ਹੈ ਉਹ ਬਾਉਂਡਡ ਵੇਰੀਏਸ਼ਨ ਵਾਲਾ ਹੀ ਸਮੀਸ਼ਨ ਹੈ ਨਾ ਅਗਰ ਉਹਦੀ ਵੈਲਿਊ ਫਾਈਨਾਈਟ ਹੋਊਗੀ ਫਿਰ ਹੀ ਆਪਾਂ ਕਹਾਂਗੇ ਕਿ ਸੁਪਰੀਮਮ ਦੀ ਵੈਲਿਊ ਵੀ ਆਪਣੇ ਕੋਲੇ ਫਾਈਨਾਈਟ ਆ ਰਹੀ ਹੈ ਠੀਕ ਹੈ ਤਾਂ ਇੱਕ ਰਿਜ਼ਲਟ ਬਣ ਗਿਆ ਕਿ ਅਗਰ ਟੋਟਲ ਵੇਰੀਏਸ਼ਨ ਤੁਹਾਡੀ ਲੈਸ ਦੈਨ ਇਨਫਿਨਿਟੀ ਹੈ ਮੀਨਸ ਫਾਈਨਾਈਟ ਹੈ if and only if f is a function of bounded variation ਇਹ ਕਦੋਂ ਹੀ ਪੋਸੀਬਲ ਹੋਊਗਾ ਜਦੋਂ ਫੰਕਸ਼ਨ ਆਪਣਾ ਬਾਉਂਡਡ ਵੇਰੀਏਸ਼ਨ ਦਾ ਹੋਊਗਾ ਮੀਨਸ ਅਗਰ ਸਮੀਸ਼ਨ ਦੀ ਵੈਲਿਊ ਫਾਈਨਾਈਟ ਆਊਗੀ ਦੈਨ ਸੁਪਰੀਮਮ ਫਾਈਨਾਈਟ ਆਊਗਾ ਤੇ ਜੇ ਸੁਪਰੀਮਮ ਫਾਈਨਾਈਟ ਆ ਗਿਆ ਤਾਂ ਟੋਟਲ ਵੇਰੀਏਸ਼ਨ ਉਸ ਕੇਸ 'ਚ ਫਾਈਨਾਈਟ ਆਊਗੀ ਆਪਣੇ ਕੋਲੇ ਠੀਕ ਹੈ ਤੇ if and only if ਅੱਗੇ ਥਿਓਰਮਸ ਦੇ ਵਿੱਚ ਅਗਰ ਯੂਜ਼ ਹੁੰਦਾ ਤਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਕਿ ਅਗਰ ਤੁਹਾਨੂੰ ਮੰਨ ਲਓ ਕਹਿ ਦੇਣ ਚੈੱਕ ਕਰੋ ਕਿ ਫੰਕਸ਼ਨ ਬਾਉਂਡਡ ਵੇਰੀਏਸ਼ਨ ਦਾ ਹੈਗਾ ਤਾਂ ਉਹਦੇ ਲਈ ਆਪਾਂ ਜਸਟ ਟੋਟਲ ਵੇਰੀਏਸ਼ਨ ਚੈੱਕ ਕਰ ਲਾਂਗੇ ਅਗਰ ਉਹ ਟੋਟਲ ਵੇਰੀਏਸ਼ਨ ਲੈਸ ਦੈਨ ਇਨਫਿਨਿਟੀ ਆ ਗਈ ਦੈਨ ਆਪਾਂ ਕਹਿ ਸਕਦੇ ਹਾਂ ਕਿ ਫੰਕਸ਼ਨ ਹੈ ਦੈਟ ਬਾਉਂਡਡ ਵੇਰੀਏਸ਼ਨ ਇਸ ਥਿਓਰਮ ਹੈ ਤਾਂ 6th ਥਿਓਰਮ ਦਾ ਫਰਸਟ ਰਿਜ਼ਲਟ ਹੈ ਕਹਿੰਦੇ ਗ੍ਰਾਫ ਤੇ ਜੀ ਫੰਕਸ਼ਨ ਹੈ ਡਿਫਾਈਨਡ ਔਨ ਕਲੋਜ਼ਡ ਇੰਟਰਵਲ AB ਐਂਡ C is any constant then ਕਹਿੰਦੇ total variation of f plus g is less than equal to total variation of f plus total variation of g ਕਿ ਤੁਸੀਂ f ਦੀ total variation calculate ਕੀਤੀ g function ਦੀ total variation calculate ਕੀਤੀ then ਤੁਸੀਂ f plus g ਕੀਤਾ ਦੋਨੋਂ functions ਨੂੰ add ਕਰਕੇ total variation calculate ਕੀਤੀ ਤਾਂ ਕਹਿੰਦੇ add ਕਰਕੇ ਜਿਹੜੀ ਵੀ total variation ਬਣੂਗੀ ਉਹ less than equal to ਹੋਊਗੀ total variation of f plus total variation of g ਠੀਕ ਹੈ vf plus vg ਕਹਿ ਸਕਦੇ ਹੋ ਓਕੇ ਨਾ ਹੁਣ ਤੁਸੀਂ ਸਟਾਰਟ ਕਰੋਗੇ ਪਹਿਲਾਂ ਤਾਂ ਇੰਟਰਵਲ ਲੈ ਲਿਆ ਇਹ ਵੀ ਉਹਦੀ ਕੋਈ ਨਾ ਕੋਈ ਪਾਰਟੀਸ਼ਨ ਬਣਾ ਲਈ ਆਪਾਂ ਤਾਂ ਜਨਰਲੀ ਪਾਰਟੀਸ਼ਨ ਤੁਹਾਨੂੰ ਪਤਾ ਹੀ ਹੈ ਕਿਵੇਂ ਬਣਾਉਣੀ ਹੈ ਹੁਣ ਤੁਸੀਂ f plus g ਦਾ ਪਹਿਲਾਂ ਬਾਉਂਡਡ ਵੇਰੀਏਸ਼ਨ ਕੈਲਕੂਲੇਟ ਕਰੋਗੇ ਕਿਉਂਕਿ ਸੁਪਰੀਮਮ ਦੇ ਪਹਿਲਾਂ ਆਪਾਂ ਅੰਦਰ ਵਾਲਾ ਸਮੀਸ਼ਨ ਕੈਲਕੂਲੇਟ ਕਰਾਂਗੇ ਸੁਪਰੀਮਮ ਆਪਾਂ ਬਾਅਦ ਦੇ ਵਿੱਚ ਲਵਾਂਗੇ ਤਾਂ ਆਪਾਂ ਸਮੀਸ਼ਨ ਬਣਾਇਆ ਆਪਾਂ ਪਹਿਲਾਂ v of f plus g ਦੇ ਅਕੋਰਡਿੰਗ ਚੱਲਣਾ ਕੀ ਬਣੂਗਾ ਤੁਹਾਡਾ f plus g of xi minus f plus g of xi minus 1 ਤੇ ਸਾਰੇ ਦਾ ਮੋਡ ਠੀਕ ਹੈ f ਦੀ ਜਗ੍ਹਾ ਤੇ ਹੁਣ ਤੁਹਾਡਾ ਫੰਕਸ਼ਨ ਕੀ ਹੈ f plus g ਹੁਣ f plus g of xi ਨੂੰ ਆਪਾਂ ਪਤਾ ਕਿਵੇਂ ਲਿਖ ਸਕਦੇ ਹਾਂ f of xi plus g of xi ਸੇਮ xi minus 1 ਤੇ ਬ੍ਰੇਕ ਕਰ ਲਿਆ ਹੁਣ ਇਹਦੇ ਵਿੱਚ ਤੁਸੀਂ f ਵਾਲੇ ਫੰਕਸ਼ਨ ਕੰਬਾਈਨ ਕਰ ਲਿਓ g ਵਾਲੇ ਫੰਕਸ਼ਨਸ ਕੰਬਾਈਨ ਕਰ ਲਿਓ ਤਾਂ ਨੈਕਸਟ ਸਟੈਪ ਤੇ ਦੇਖੋ f ਵਾਲੇ ਫੰਕਸ਼ਨ ਦਾ ਇੱਕ ਪੇਅਰ ਬਣਾ ਲਿਆ g ਵਾਲੇ ਫੰਕਸ਼ਨਸ ਦਾ ਇੱਕ ਪੇਅਰ ਬਣਾ ਲਿਆ ਫਿਰ ਤੁਸੀਂ a plus b ਦਾ ਮੋਡ ਅਪਲਾਈ ਕਰ ਦੋਗੇ ਲੈਸ ਦੈਨ ਇਕੁਅਲ ਟੂ ਮੋਡ ਆਫ a plus ਮੋਡ ਆਫ b ਤਾਂ f ਵਾਲੀ ਟਰਮ ਦਾ ਸਮੀਸ਼ਨ ਅਲੱਗ ਹੋ ਜਾਏਗਾ ਤੇ g ਵਾਲੀਆਂ ਟਰਮਸ ਦਾ ਸਮੀਸ਼ਨ ਅਲੱਗ ਹੋ ਜਾਏਗਾ ਹੁਣ ਤੁਸੀਂ ਦੋਨੋਂ ਸਾਈਡ ਸੁਪਰੀਮਮ ਲੈ ਸਕਦੇ ਹੋ ਤਾਂ ਲੈਫਟ ਸਾਈਡ ਦਾ ਜਿਹੜਾ ਸੁਪਰੀਮਮ ਹੈ ਉਹ ਲੈਸ ਦੈਨ ਇਕੁਅਲ ਟੂ ਹੋ ਜਾਊਗਾ ਸੁਪਰੀਮਮ ਆਫ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਤੁਹਾਡੇ ਕੋਲੇ ਕੀ ਪਿਆ f plus g ਫੰਕਸ਼ਨ ਤੇ f plus g ਫੰਕਸ਼ਨ ਦਾ ਜਦੋਂ ਸੁਪਰੀਮਮ ਲਓਗੇ ਉਹ ਕੀ ਬਣ ਜਾਊਗਾ ਟੋਟਲ ਵੇਰੀਏਸ਼ਨ ਬਣ ਜਾਏਗੀ f plus g ਫੰਕਸ਼ਨ ਦੀ ਤਾਂ ਤੁਹਾਡਾ vf plus g ਬਣ ਜਾਏਗਾ ਨੈਕਸਟ ਲੈਫਟ ਸਾਈਡ ਤੇ ਲੈਸ ਦੈਨ ਇਕੁਅਲ ਟੂ ਰਾਈਟ ਸਾਈਡ ਤੇ f ਵਾਲੇ ਸਮੀਸ਼ਨ ਦਾ ਸੁਪਰੀਮਮ ਲਓਗੇ ਉਹ vf ਬਣ ਜਾਏਗਾ ਤੇ g ਵਾਲੇ ਸਮੀਸ਼ਨ ਦਾ ਸੁਪਰੀਮਮ ਲਓਗੇ that is equal to v of g ਇਹਨਾਂ ਨੇ ਕੀ ਕੀਤਾ ਪਹਿਲਾਂ ਰਾਈਟ ਹੈਂਡ ਸਾਈਡ ਦਾ ਸੁਪਰੀਮਮ ਲੈ ਲਿਆ ਦੈਨ ਲੈਫਟ ਦਾ ਲੈ ਲਿਆ ਤੁਸੀਂ ਚਾਹੇ ਡਾਇਰੈਕਟ ਇਕੱਠਾ ਲੈ ਲਓ ਚਾਹੇ ਅਲੱਗ-ਅਲੱਗ ਵੀ ਲੈ ਸਕਦੇ ਹੋ